जी, मैं हाँ रणबीर सिंह राणा ते अज वड्डा दिन है। राज सभा दे विच खेती बिल पेश कर दिते गए ने। केंद्रीय खेतीबाड़ी मंत्री तोमर दे वल्लों, नरेंद्र सिंह तोमर दे वल्लों ये खेती बिल पेश किए गए ने, जिस तो बाद बहस हुई है। प्रताप सिंह बाजवा सने होर सांसदां दे वल्लों आपो अपना पक्ष रखा जा रहा है, दलीलां दित्तियां जा रही ने। पर इस दे विच गिणती मिणती की है सांसदां दी, ਵੱਖ-ਵੱਖ पोलीटिकल पार्टियां दे ਜਿਹੜੇ सांसद ने ਉਹ किन्ने ने, की ये बिल राज सभा ਦੇ ਵਿੱਚ रुक सकता है ਜਾਂ राज सभा ਦੇ ਵਿੱਚ भी ये बिल पास हो जाएगा। इसे ते ਅਸੀਂ ਗੱਲਬਾਤ ਕਰਾਂਗੇ, ਤੁਹਾਨੂੰ ਦੱਸਣ ਦਾ ਯਤਨ ਕਰਦੇ ਹਾਂ कि कुल मैंबर ਜਿਹੜੇ ਨੇ राज सभा ਦੇ ਵਿੱਚ ਉਹ 245 ਨੇ, ਜਿਸ ਦੇ ਵਿੱਚ ਭਾਜਪਾ ਦੇ 86 ਮੈਂਬਰ ਨੇ। ਸੋ ਦੱਸ ਦਈਏ ਕਿ ਭਾਜਪਾ ਕੋਲੇ ਰਾਜ ਸਭਾ ਦੇ ਵਿੱਚ ਲੋਕ ਸਭਾ ਵਾਂਗ ਬਹੁਮਤ ਨਹੀਂ ਹੈਗਾ। ਜੇਕਰ ਵਿਰੋਧੀ ਧਿਰਾਂ ਚਾਹਣ ਤਾਂ ਰਾਜ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਹ ਵੀ ਦੱਸ ਦਿੰਦੇ ਹਾਂ ਕਿ ਕਿਸ ਕਿਸ ਪਾਰਟੀ ਦੇ ਕਿੰਨੇ ਕਿੰਨੇ ਰਾਜ ਸਭਾ सांसद ਨੇ। ਬੀਜੂ ਜਨਤਾ ਦਲ ਦੇ ਹਾਲਾਂਕਿ 9 ਨੇ, TRS ਦੇ 7 ਨੇ, YSR ਦੇ 6 ਨੇ, TDP ਦੇ 1 ਅਤੇ ਕੁਝ ਆਜ਼ਾਦ ਸੰਸਦ ਮੈਂਬਰ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੇ ਮੈਂ ਨਾਮ ਲਏ ਨੇ, ਬੀਜੂ ਜਨਤਾ ਦਲ, TRS, YSR ਅਤੇ TDP, ਇਹ ਜਿਹੜੇ ਨੇ ਬਿੱਲ ਦਾ ਸਮਰਥਨ ਕਰ ਸਕਦੇ ਨੇ। ਇਸ ਤੋਂ ਬਿਨਾਂ ਜਿਹੜੀ NDA ਹੈ ਜਾਂ BJP ਹੈ, ਉਹਨੂੰ ਲੱਗਦਾ ਕਿ 130 ਤੋਂ ਵਧੇਰੇ ਵੋਟਾਂ ਹੱਕ ਦੇ ਵਿੱਚ ਪੈ ਸਕਦੀਆਂ ਨੇ। ਤੇ ਜੇਕਰ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਕੋਲ 40 ਰਾਜ ਸਭਾ सांसद ਨੇ। 40 ਦੇ ਨਾਲ 3 ਜਿਹੜੇ ਨੇ ਉਹ ਅਕਾਲੀ ਦਲ ਦੇ ਨੇ, ਜਿਹੜੇ ਵਿਰੋਧ ਦੇ ਵਿੱਚ ਵੋਟ ਕਰਨਗੇ। ਆਮ ਆਦਮੀ ਪਾਰਟੀ ਦੇ ਵੀ 3 ਰਾਜ ਸਭਾ सांसद ਨੇ, ਉਹ ਵੀ ਵਿਰੋਧ ਦੇ ਵਿੱਚ ਵੋਟ ਕਰਨਗੇ। ਸਮਾਜਵਾਦੀ ਪਾਰਟੀ ਦੇ 8 ਨੇ, ਬਹੁਜਨ ਸਮਾਜ ਪਾਰਟੀ ਦੇ 4 ਸੰਸਦ ਮੈਂਬਰ ਵੀ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਕਰਨਗੇ। ਸੋ ਇਸ ਢੰਗ ਦੇ ਨਾਲ ਜੇਕਰ ਪੂਰੇ ਇਹ ਇਕੱਠੇ ਕਰਕੇ ਦੇਖਿਆ ਜਾਵੇ ਤਾਂ 100 ਸੰਸਦ ਮੈਂਬਰ ਜਿਹੜਾ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਇਹ ਅਨੁਮਾਨ ਹੈ। ਹਾਲਾਂਕਿ ਕਈ ਛੋਟੇ ਦਲਾਂ ਨੇ ਆਪਣਾ ਪੱਖ ਸਪਸ਼ਟ ਨਹੀਂ ਕੀਤਾ। ਇਹ ਵੀ ਦਿਲਚਸਪ ਹੈਗੀ ਗੱਲ ਕਿ ਰਾਜ ਸਭਾ ਦੇ 10 सांसद ਕੋਰੋਨਾ ਪੋਜ਼ਿਟਿਵ ਪਾਏ ਗਏ ਨੇ, ਜਿਹਦੇ ਵਿੱਚ ਭਾਜਪਾ ਦੇ ਵੀ ਨੇ, ਕਾਂਗਰਸ ਦੇ ਵੀ ਨੇ ਅਤੇ ਅਲੱਗ-ਅਲੱਗ ਪਾਰਟੀਆਂ ਦੇ 15 सांसद ਜਿਹੜੇ ਨੇ ਇਸ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਸੋ ਕਰੋਨਾ ਦੇ ਕਾਰਨ ਵੀ ਇਹ ਜਿਹੜੀ ਗਿਣਤੀ ਹੈ ਰਾਜ ਸਭਾ सांसदां ਦੀ ਇਸ ਵੇਲੇ ਘਟੀ ਹੈ। ਸੋ ਇਹ ਅੱਜ ਦੇਖਣਾ ਹੋਏਗਾ ਕਿ ਜਦੋਂ ਹੁਣ ਕੀ ਡਿਵੀਜ਼ਨ ਹੋਏਗੀ ਜਾਂ ਸਿਰਫ ਜੈਸ ਨੋ ਦੇ ਆਧਾਰ ਤੇ ਹੀ ਰਾਜ ਸਭਾ ਦੇ ਵਿੱਚ ਜਿਹੜਾ ਬਿੱਲ ਹੈ ਇਹ ਪਾਸ ਹੋ ਜਾਵੇਗਾ, ਜਾਂ ਫਿਰ ਜੇਕਰ ਵੋਟਿੰਗ ਹੁੰਦੀ ਹੈ ਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੋਟਿੰਗ ਕਰਨਗੀਆਂ ਤੇ ਜਾਂ ਫਿਰ ਵਾਕਆਊਟ ਕਰਨਗੀਆਂ। ਕਿਉਂਕਿ ਜੇਕਰ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਵਾਂਗ ਲੋਕ ਸਭਾ ਵਾਂਗ ਜਿਹੜਾ ਵਾਕਆਊਟ ਕੀਤਾ ਜਾਂਦਾ ਹੈ ਤਾਂ ਨੁਕਸਾਨਦਾਇਕ ਹੈ। ਜੇਕਰ ਵੋਟਿੰਗ ਹੁੰਦੀ ਹੈ ਤਾਂ ਜ਼ਰੂਰ ਕੁਝ ਨਾ ਕੁਝ ਜਿਹੜਾ ਸਾਹਮਣੇ ਆ ਸਕਦਾ ਹੈ। ਸੋ ਦੱਸ ਦਈਏ ਕਿ ਇਹ ਜਿਹੜੀ ਸਥਿਤੀ ਹੈ ਰਾਜ ਸਭਾ ਦੇ ਵਿੱਚ ਇਹ ਸਮਝਣੀ ਪਵੇਗੀ ਕਿ ਰਾਜ ਸਭਾ ਦੇ ਵਿੱਚ ਭਾਜਪਾ ਦੇ ਕੋਲ ਪੂਰਨ ਬਹੁਮਤ ਨਹੀਂ ਹੈਗਾ। ਭਾਜਪਾ ਦੇ 86 ਰਾਜ ਸਭਾ सांसद ਨੇ। ਹਾਲਾਂਕਿ ਰਣਨੀਤੀ ਜਿਹੜੀ ਹੈ ਉਹ ਭਾਜਪਾ ਦੇ ਵੱਲੋਂ ਪਹਿਲਾਂ ਹੀ ਬਣਾਈ ਗਈ ਹੈ। ਭਾਜਪਾ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਵਿਰੋਧੀ ਪਾਰਟੀਆਂ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਵੱਡੀ ਗੱਲ ਇਹ ਹੈ ਕਿ ਸ਼ਿਵ ਸੈਨਾ ਵੀ ਇਸ ਬਿੱਲ ਦਾ ਸਮਰਥਨ ਕਰ ਰਹੀ ਹੈ। ਹਾਲਾਂਕਿ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਦੇ ਨਾਲ ਅਲਾਇੰਸ ਦੇ ਵਿੱਚ ਹੈਗੀ ਹੈ ਸ਼ਿਵ ਸੈਨਾ ਸਰਕਾਰ ਦੇ ਵਿੱਚ, ਪਰ ਇਸ ਦੇ ਬਾਵਜੂਦ ਸ਼ਿਵ ਸੈਨਾ ਜਿਹੜੀ ਹੈ ਉਹ ਇਸ ਬਿੱਲ ਦਾ ਸਮਰਥਨ ਕਰ ਰਹੀ ਹੈ। BJP ਨੇ ਆਪਣੇ सांसदां ਦੇ ਲਈ ਵਿਪ ਜਾਰੀ ਕਰ ਦਿੱਤਾ ਹੈ। 245 ਮੈਂਬਰਾਂ ਵਾਲੀ ਰਾਜ ਸਭਾ ਦੇ ਵਿੱਚ ਸਰਕਾਰ ਦੇ ਕੋਲ ਬਹੁਮਤ ਨਹੀਂ ਹੈਗਾ। 2 ਜਿਹੜੇ ਸਥਾਨ ਨੇ ਉਹ ਖਾਲੀ ਨੇ ਅਤੇ 243 सांसद ਇਸ ਵੇਲੇ ਮੌਜੂਦਾ ਨੇ, ਜਿਨ੍ਹਾਂ ਦੇ ਵਿੱਚੋਂ ਬਹੁਮਤ ਦੇ ਲਈ 122 ਦੀ ਲੋੜ ਹੈ। ਸੋ ਦੱਸ ਦਈਏ ਕਿ ਬਹੁਮਤ ਦੇ ਲਈ ਰਾਜ ਸਭਾ ਦੇ ਵਿੱਚ 122 सांसदां ਦੀ ਜ਼ਰੂਰਤ ਹੈਗੀ ਹੈ। ਗਿਣਤੀ ਮਿਣਤੀ ਦੀ ਗੱਲ ਕਰੀਏ ਤਾਂ ਭਾਜਪਾ ਦੇ ਕੋਲ 86 सांसद ਨੇ ਅਤੇ ਜੇਕਰ NDA ਦੀ ਗੱਲ ਕਰੀਏ ਤਾਂ ਛੋਟੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਹ ਜਿਹੜੀ ਸੰਖਿਆ ਹੈ ਇਹ 105 ਬਣਦੀ ਹੈ। ਤੇ 105 ਦੇ ਨਾਲ ਪਾਰ ਉਤਾਰਾ ਨਹੀਂ ਹੁੰਦਾ ਹੈਗਾ। 122 ਦੀ ਲੋੜ ਹੈਗੀ ਹੈ ਰਾਜ ਸਭਾ ਦੇ ਵਿੱਚ। ਜਿਹੜੇ ਆਪ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਸੀ ਵਿਰੋਧੀ ਪਾਰਟੀਆਂ ਨੂੰ ਕਿ ਜੇਕਰ ਤੁਸੀਂ ਵਾਕਈ ਇਸ ਸੰਬੰਧੀ ਗੰਭੀਰ ਹੋ ਤਾਂ ਇਸ ਦੇ ਖਿਲਾਫ ਵੋਟਿੰਗ ਕਰੋ ਤੇ ਇਕਜੁੱਟ ਹੋਵੋ। ਪਰ ਵਿਰੋਧੀ ਪਾਰਟੀਆਂ ਕਿੰਨਾ ਕੁ ਇੱਕ ਮੰਚ ਤੇ ਇਕੱਠੀਆਂ ਹੁੰਦੀਆਂ ਨੇ ਇਹ ਦੇਖਣਾ ਹੋਏਗਾ। ਅਕਾਲੀ ਦਲ ਦੇ 3 सांसद ਨੇ ਰਾਜ ਸਭਾ ਦੇ ਵਿੱਚ ਅਤੇ ਜਿਹੜੇ ਇਸ ਬਿੱਲ ਦਾ ਵਿਰੋਧ ਕਰਨਗੇ।
17 ਜਿਹੜੇ सांसद ने वो हाले सत्ताधारी धिर कोल भाजपा कोले घट ने, क्योंकि जिहड़ी गिणती तुहानूं दसी है ये 105 है तो बहुमत जिहड़ा 122 तक चाहीदा है। जिहड़ा 122 तक पहुंचण दे लई सरकार 17 सांसदां दा जोड़ तोड़ करन दे विच लगी हुई है, जिहदे विच BJD है, AIADMK है, TRS है, YSRC है, TDP है। इन्हां ते नज़र है जिहड़े छोटे दल ने। ये भी दस दिंदे आ कि इस सदन दे विच बीजू जनता दल दे 9 ने, अन्ना DMK दे 9 ने, TRS दे 7 ने, YSR कांग्रेस दे 6 ने ते TDP दा 1 सांसद है। सरकार नूं भरोसा यह है कि इन्हां विधायकों के समर्थन लई घट तो घट 135 तो ज़्यादा वोट उसके हक दे विच पै सकते हैं। पर जिस ढंग दे नाल पंजाब, हरियाणा, देश भर दे विच जां कांग्रेस दे वल्लों इस विरोध किया जा रहा है, ये देखना होगा कि हुण विरोधी धिरां की रणनीति अपनाउंदियां ने, की वोटिंग की मंग की जाती है। जे वोटिंग की मंग हुंदी है तो डिवीजन होएगी, तो जिहड़ा सदन के दरवाजे बंद करके राज सभा दे फिर उत्थे वोटिंग करवाई जाती है। इसे करके बीजेपी ने विप जारी किया है। विप जारी करने का मतलब है कि कोई भी सांसद जिहड़ा है वो गैर हाज़र नहीं रहेगा, सारिਆਂ ਨੂੰ मौजूद रहना पवेगा वोटिंग दे वेले। सो ये ਜਿਹੜੀਆਂ NDA ਦੇ ਜਿਹੜੇ गठबंधन है, अकाली दल भावें भाईवाल है NDA ਦੇ ਵਿੱਚ, पर अकाली दल ने इस बिल के खिलाफ स्टैंड लिया है। अकाली दल ਦੀਆਂ राज सभा ਦੇ ਵਿੱਚ 3 वोटां ने, भाव 3 सांसद ने, वो विरोध करेगा, विरोध ਦੇ ਵਿੱਚ वोट करेगा। आम आदमी पार्टी के भी 3 सांसद ने, वो भी विरोध करेगा। समाजवादी पार्टी के 8 ने, वो भी विरोध करेगी। BSP के 4 ने, वो भी विरोध कर रहे हैं। 100 के करीब सांसद ने जिहड़े इस वेले विरोध कर रहे हैं, तो अंकड़ा जिहड़ा है वो 122 का चाहिए है। किसी भी बिल नूं पास कराउण दे लई राज सभा दे विच 122 सांसदां दी इकट्ठे होना, 122 सांसदां दी हक दे विच वोट होना जरूरी है। अज सड़कों ते बहुत प्रोटेस्ट हो रहा है, पर इस बिल नूं रोकण दे लई तरीका जिहड़ा है वो राज सभा दे विच है कि राज सभा दे विच जेकर वोटिंग इस दे विरोध दे विच हुंदी है तां किते जाके जिहड़ा ये बिल है इस नूं कानून बनन तो रोकिया जा सकता, क्योंकि पहला ऑर्डीनेंस आउंदे ने, फिर जदों लोक सभा दे विच पेश किया गया बिल के रूप दे विच, हुण राज सभा दे विच पेश किया गया बिल के रूप दे विच। इस तो बाद जेकर राज सभा दे विच रुकदा है तां ये बिल रुक सकता है। जे राज सभा दे विच बहुमत नहीं मिलता, जे राज सभा दे विच बहुमत मिलता है, पास हो जाता है, फिर राष्ट्रपति कोल मोहर लगेगी। हुण एक होर जिहड़ी गल दिलचस्प हैगी है कि 10 सांसद ने कोरोना पॉजिटिव, जेकर वो गैर हाज़र रहिंदे ने तां अजिहे दे विच गिणती मिणती जिहड़ी है वो बदल भी सकती है। सो ये काफ़ी दिलचस्प है अज दा जिहड़ा घटनाक्रम है सारा ही राज सभा दे विच, क्योंकि सरकार दा पूरा जोर लग्या होया है इस बिल नूं पास करवाउण दे लई। विरोधी धिरां जिहड़ियां ने वो भी डटियां होईयां ने इस बिल के खिलाफ, पर लोक सभा दे विच जिहड़ी तस्वीर देखण नूं मिली है वो बहुती सही नहीं सीगी, क्योंकि ना तो कांग्रेस के किसी वड्डे लीडर ने इस बिल के खिलाफ संबोधन किया, सिर्फ पंजाब के जिहड़े MP ने, सांसद ने, वो जरूर बोले ने, ते ना ही उत्थे वोटिंग की गई है। वॉकआउट करके कांग्रेस जिहड़ा बाहर चले गई सी। चलो खैर लोक सभा दे विच गिणती मिणती का फर्क है, लोक सभा दे विच भाजपा दे कोले, NDA दे कोले वड्डा बहुमत है, पर राज सभा दे विच अजिहा नहीं है। राज सभा दे विच जिहड़ी स्थिति है वो वखरी है। उधर राज सभा तो बिना अज पंजाब दे विच वड्डे पद्धर ते प्रोटेस्ट हो रहा, वो भी तस्वीरां तुहानूं दिखावांगे कि पंजाब दे विच अज अर्थी फूक मुजाहरे किए जा रहे हैं, भाव के जिहड़ियां खेती बिल ने इन्हां दीयां कापियां साड़ियां जा रही ने। इन्ना ही नहीं, कांग्रेस दे वल्लों, यूथ कांग्रेस दे वल्लों ट्रैक्टर रैली की जा रही है। थां थां ते ये प्रोटेस्ट अज हो रहा है। मोगा दे विच 30 किसान जथेबंदियां दी जिहड़ी मीटिंग हुई है उस दे विच फैसला किया गया सी कि अज पंजाब भर दे विच अर्थी फूक मुजाहरे किए जाणगे, सरकार के खिलाफ प्रोटेस्ट किए जाणगे, अते नाल ही जिहड़ियां खेती बिलों दी कापियां ने वो साड़ियां जाणगियां। इस तो बिना आउण वाले दिनां दे विच 24, 25, 26 सितंबर नूं रेलां रोकण दा प्रोग्राम है। 25 सितंबर नूं पंजाब बंद रहेगा, पूर्ण तौर ते जिहड़ा सद्दा है पंजाब बंद दा दिता गया है। ते पंजाब दे विच चाहे सत्ताधारी धिर है कांग्रेस, चाहे अकाली दल है, चाहे आम आदमी पार्टी है, ते चाहे होर तमाम दल ने इस बिल का विरोध कर रहे हैं। भाजपा नूं छड्ड के सारे इस बिल का विरोध कर रहे हैं। पंजाब दे लोग भी बहुते इस दे विरोध दे विच ने, किसान यूनीयन इस दे विरोध दे विच ने। सो पंजाब दा हर वर्ग जिहड़ा है इस वेले वो इस बिल का विरोध कर रहा है, पर सरकार जिहड़ी आ वो वजिद है अते सरकार
ਭਾਜਪਾ ਦੀ ਸਰਕਾਰ ਖਾसकर ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਿੱਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਡਟ ਕੇ ਕਿਹਾ ਹੈ ਕਿ ਇਹ ਜਿਹੜਾ ਬਿੱਲ ਹੈ ਇਹ ਕਿਸਾਨਾਂ ਦੇ ਫਾਇਦੇ ਲਈ ਹੋਵੇਗਾ। ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਫੁੱਲ ਵਿੰਡੋ ਕਰਕੇ ਵੀ ਦਿਖਾਉਂਦੇ ਆ ਕਿ ਅਰਥੀ ਫੂਕ ਮੁਜ਼ਾਹਰਾ ਜਿਹੜਾ ਹੈ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਖਬਰਾਂ ਨੇ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਜਿਵੇਂ-ਜਿਵੇਂ ਅੱਗੇ ਟਾਈਮ ਵਧੇਗਾ ਤਾਂ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਇਹ ਤਸਵੀਰਾਂ ਨੇ ਇਹ ਸਾਹਮਣੇ ਆਉਣਗੀਆਂ। ਵੱਡੇ ਪੱਧਰ ਤੇ ਇਸ ਗੱਲ ਦਾ ਵਿਰੋਧ ਹੋ ਰਿਹਾ ਹੈ ਕਿ ਇਹ ਜਿਹੜੇ ਬਿੱਲ ਨੇ ਇਹਨਾਂ ਦਾ ਵਿਆਪਕ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਲੱਗੀ ਹੋਈ ਹੈ। ਜਿਹੜੀਆਂ ਜ਼ਰੂਰੀ ਗੱਲਾਂ ਤੁਹਾਨੂੰ ਦੱਸਣੀਆਂ ਨੇ ਉਸ ਦੇ ਵਿੱਚ ਇਹ ਹੈ ਕਿ ਕਾਂਗਰਸ 40 ਸੰਸਦਾਂ ਵਾਲੀ ਪਾਰਟੀ ਹੈ ਅਤੇ ਭਾਜਪਾ ਦੇ ਕੋਲੇ 86 ਨੇ ਅਤੇ ਜੇਕਰ ਯੂਪੀਏ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਸੰਖਿਆ 85 ਬਣ ਜਾਂਦੀ ਹੈ। ਤੇ ਸਰਕਾਰ ਜਿਹੜੀ ਹੈ ਸੱਤਾਧਾਰੀ ਧਿਰ ਹੈ ਉਹਨੇ ਸ਼ਿਵ ਸੈਨਾ ਅਤੇ ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਸੰਪਰਕ ਸਾਧਿਆ ਹੋਇਆ। 10 ਮੈਂਬਰ ਕਰੋਨਾ ਪੋਜ਼ਿਟਿਵ ਨੇ ਜਿਹਦੇ ਵਿੱਚ ਬੀਜੇਪੀ ਤੇ ਕਾਂਗਰਸ ਦੇ ਵੀ ਨੇ, ਹੋਰ ਪੋਲੀਟੀਕਲ ਪਾਰਟੀਆਂ ਦੇ ਵੀ 15 ਸਾਂਸਦ ਨੇ। ਸੋ ਜਿਹੜੀ ਵਿਪਕਸ਼ ਹੈ ਜਿਹੜਾ ਵਿਰੋਧੀ ਧਿਰ ਹੈ ਉਹਨਾਂ ਨੇ ਇਸ ਜਿਹੜੇ ਬਿੱਲ ਨੇ ਇਹਨਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਹੈ ਤੇ ਸਿਲੈਕਟ ਕਮੇਟੀ ਕੋਲ ਭੇਜਣ ਦੀ ਵੀ ਮੰਗ ਕੀਤੀ ਗਈ ਹੈ। ਜੇਕਰ ਸਰਕਾਰ ਜਿਹੜੀ ਹੈ ਆਪਣਾ 122 ਵਾਲਾ ਅੰਕੜਾ ਪੂਰਾ ਕਰਨ ਦੇ ਵਿੱਚ ਨਾਕਾਮ ਰਹਿੰਦੀ ਹੈ ਤਾਂ ਫਿਰ ਉਹਨਾਂ ਨੂੰ ਵਿਰੋਧੀ ਧਿਰਾਂ ਦੀ ਗੱਲ ਮੰਨਣੀ ਪਵੇਗੀ ਕਿ ਸਿਲੈਕਟ ਕਮੇਟੀ ਦੇ ਕੋਲ ਇਸ ਤਿੰਨਾਂ ਵਿਧੇਇਕਾਂ ਨੂੰ ਭੇਜਣਾ ਪੈ ਸਕਦਾ ਹੈ। ਸੋ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਚੁੱਕੇ ਨੇ। ਅਕਾਲੀ ਦਲ ਇਸ ਗੱਲ ਤੋਂ ਬੀਜੇਪੀ ਦੇ ਖਿਲਾਫ ਹੈ, ਇਸ ਬਿੱਲ ਦੇ ਖਿਲਾਫ ਹੈ ਅਤੇ ਇਹ ਜਿਹੜੇ ਬਿੱਲ ਨੇ ਹੁਣ ਇਸ ਨੂੰ ਲੈ ਕੇ ਅੱਜ ਵੱਡਾ ਦਿਨ ਹੈ। ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕਿਆ ਹੈ। ਰਾਜ ਸਭਾ ਦੇ ਵਿੱਚ ਅੱਜ ਇਹ 2 ਬਿੱਲ ਪੇਸ਼ ਕਰ ਦਿੱਤੇ ਗਏ ਨੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਅਤੇ ਇਸ ਬਿੱਲ ਦੇ ਹੱਕ ਅਤੇ ਵਿਰੋਧ ਦੇ ਵਿੱਚ ਸਾਂਸਦਾਂ ਦੀ ਬਹਿਸ ਰਾਜ ਸਭਾ ਦੇ ਵਿੱਚ ਜਾਰੀ ਹੈ। ਹੋਰ ਕੀ ਕੁਝ ਕਹਿ ਰਹੇ ਨੇ ਨਰਿੰਦਰ ਸਿੰਘ ਤੋਮਰ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕੀ ਕੁਝ ਉਹਨਾਂ ਨੇ ਹੱਕ ਦੇ ਵਿੱਚ ਕਿਹਾ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧ ਦੇ ਵਿੱਚ ਡਟ ਕੇ ਬੋਲੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਪਰ ਇੱਕ ਵਾਰ ਤਸਵੀਰਾਂ ਫੁੱਲ ਵਿੰਡੋ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਅਰਥੀ ਫੂਕ ਮੁਜ਼ਾਹਰੇ ਨੇ ਪੰਜਾਬ ਦੇ ਵਿੱਚ ਕਿਸ ਥਾਂ ਤੇ ਹੋ ਰਹੇ ਨੇ। मोदी किसान विरोधी, मोदी किसान विरोधी, खेतीबाड़ी बिल पास लो, खेतीबाड़ी बिल पास लो, मोदी किसान विरोधी, मोदी किसान विरोधी, खेतीबाड़ी बिल पास लो, खेतीबाड़ी बिल पास लो, खेतीबाड़ी आर्डिनेंस पास लो, खेतीबाड़ी आर्डिनेंस पास लो, मोदी किसान विरोधी, मोदी किसान विरोधी, किसान एकता जिंदाबाद, किसान एकता जिंदाबाद, जो किसानों से टकराएगा चूर चूर हो जाएगा, जो किसानों से टकराएगा चूर चूर हो जाएगा, मोदी किसान विरोधी, मोदी आर्डिनेंस पास लो, खेतीबाड़ी आर्डिनेंस पास लो, मोदी किसान विरोधी, मोदी किसान विरोधी, मोदी किसान विरोधी। खुले खुले थोड़ी फोटो ठीक है चल गए कोई नहीं है पीछे में रोक रहे गाड़ी बाजी कर देंगे लाग लग काल ना करो काल ना करो मोदी किसान विरोधी, मोदी किसान विरोधी, खेतीबाड़ी बिल पास लो, खेतीबाड़ी बिल पास लो, मोदी किसान विरोधी, मोदी किसान विरोधी, खेतीबाड़ी बिल पास लो, खेतीबाड़ी बिल पास लो, खेतीबाड़ी आर्डिनेंस पास लो, खेतीबाड़ी आर्डिनेंस पास लो, मोदी किसान विरोधी, मोदी किसान विरोधी, किसान एकता जिंदाबाद, किसान एकता जिंदाबाद, जो किसानों से टकराएगा चूर चूर हो जाएगा, जो किसानों से टकराएगा चूर चूर हो जाएगा, मोदी किसान विरोधी, मोदी आर्डिनेंस पास लो, खेतीबाड़ी आर्डिनेंस पास लो, मोदी किसान विरोधी, मोदी किसान विरोधी, मोदी किसान विरोधी।
इधर आਉਂਦੇ ਨੇ ਭਾਈ ਉਹ ਨਹੀਂ ਲਿਖਿਆ ਨਾ ਕੀ ਆਊਗੀ ਫੋਟੋ ਸਰਕਾਰ ਨੇ ਮਾੜਾ ਜਿਹਾ ਹੋ ਜੂ ਨਾ ਖੁੱਲੇ ਖੁੱਲੇ ਥੋੜੀ ਫੋਟੋ ਨੂੰ ਪਿੱਛੇ ਕੁਝ ਨੂੰ ਕੀ ਕਰਨਾ ਲੈ ਉਹਨੂੰ ਬਸ ਆ ਜਾਏ ਕੰਨ ਠੀਕ ਹੈ ਚੱਲ ਗਏ आगे के कोई नहीं है पीछे में लोग रहे गाड़ी बाजी कर देंगे लाग काल ना करो मोदी मोदी खेतीबाड़ी बिल खेतीबाड़ी बिल मोदी मोदी खेतीबाड़ी बिल खेतीबाड़ी बिल खेतीबाड़ी ऑर्डिनेंस खेतीबाड़ी ऑर्डिनेंस मोदी मोदी किसान एकता जिंदाबाद किसान एकता जिंदाबाद जो किसानों का टकराएगा जो किसानों ना टकराएगा चूर चूर हो जाएगा मोदी मोदी जिंदाबाद 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 किसान विरोधी ऑर्डिनेंस रद्द करो रद्द करो बिजली सोध बिल 2020 ਨੂੰ ਰੱਦ ਕਰੋ ਲੋਕ ਵਿਰੋਧੀ ਕਾਨੂੰਨ ਬਣਾਉਣੇ ਬੰਦ ਕਰੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਆਰਡੀਨੈਂਸ ਦਾ ਵੀ ਕੋਈ ਸਰਕਾਰਾਂ ਚਾਹੁੰਦੀਆਂ ਕੀ ਕੇਂਦਰ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸਾਡੇ ਹੱਕ ਸਾਡੇ ਹੱਕ ਖਾਦੀ ਖਾਨ ਜਿੰਦਾਬਾਦ Minister to move a motion for consideration. माननीय चेयरमैन सर, मैं प्रस्ताव करता हूं कि कृषि उपज व्यापार और वाणिज्य संवर्धन और सरलीकरण विधेयक 2020 पर विचार किया जाए और मैं प्रस्ताव करता हूं कि कृषक सशक्तिकरण और संरक्षण कीमत आश्वासन और कृषि सेवा करार विधेयक 2020 पर विचार किया जाए। First, he has moved a motion for consideration of Farmers Produce Trade and Commerce Promotion and Felicitation Bill 2020. Motion moved. मिनिस्टर कुछ बोलना चाहे तो बोलिए। और एक भी है, उसको भी करने दें, उसको भी करें, फिर बाद में मंत्री जी बोलेंगे दोनों के ऊपर। माननीय सभापति जी, नहीं, दूसरा भी मूव करने के बाद जी एक मिनट, एक साथ बोल सकते आराम। और एक प्रस्ताव है रेजोल्यूशन के रागेश, यदमारम करीम, विनय विश्वम, एवी श्रेयम्स कुमार, केसी वेणुगोपाल, डेरेक ब्रेन, श्री दिग्विजय सिंह। रेजोल्यूशन, हाँ प्लीज रागेश। Sir, I move this statutory resolution also. So I am saying one point, sir. One point. Please say. बोलिए, please say. Yeah. So the government is unfortunately throwing the farmers of our country at the mercy of the corporates. Sir, this is not the farmers' freedom. This is as our Honorable Prime Minister was saying, this is the corporates' freedom to loot the farmers of our country. How can we assume that the farmers of our country can go for a contract with corporates and they have got the bargaining power? Sir, bargaining power is always lying with the corporates and it is not with the farmers, and hence they are compelled to sell their produce on the according to the dictate of the corporates. Right, so I am requesting the government to reconsider the decision and save the farmers of our country. Thank you, sir. Thank you, Rakesh. Sri Narendra, resolution moved. Now you will get an opportunity when your turn comes. On the resolution, Venugopal ji, the procedure is only the first man will move the resolution and say a few words, and afterwards when discussion takes place, you will also be called. Sri Narendra Singh Tomar
to move a motion for consideration of the Farmers Empowerment and Protection Agreement on Price Assurance and Farm Service Bill 2020. Minister. Moving the second one also for दूसरा भी उस प्रस्ताव को भी कंसिडरेशन के लिए आप मूव करना. माननीय चेयरमैन सर, मैं प्रस्ताव करता हूं कृषक सशक्तिकरण और संरक्षण, कीमत आश्वासन और कृषि सेवा पर करार विधेयक 2020 पर विचार किया जाए. ये दोनों मोशंस, पहला वाला और दूसरा वाला कृषि संबंधित है और मंत्री जी एक ही है, इसलिए दोनों मिलके हम लोग चर्चा करें. दोनों प्रस्ताव उन्होंने सभा समक्ष में रखा है. आप कुछ बोलना चाहे थे? यू वांट टू से समथिंग? माननीय सभापति जी, ये जो दोनों बिल लोकसभा से पारित होकर आज राज्यसभा में विचार के लिए आए हैं, ये दोनों बिल ऐतिहासिक हैं और किसानों के जीवन में क्रांतिकारी बदलाव लाने वाले हैं. इस बिल के माध्यम से किसान को अपनी फसल किसी भी स्थान से किसी भी स्थान पर मनचाही कीमत पर बेचने की स्वतंत्रता होगी. इन विधेयकों से किसान को महंगी फसलें पैदावार करने का अवसर मिलेगा और ये विधेयक इस बात का भी प्रावधान करते हैं कि बुआई के समय ही जो करार होगा उसमें कीमत का आश्वासन किसान को मिल जाएगा. किसान की संरक्षा हो सके, किसान की भूमि के साथ किसी छेड़छाड़ इसका प्रावधान भी इन विधेयकों में किया गया है. माननीय सभापति जी, जो कृषि उपज के व्यापार से संबंधित विषय है, हम सब जानते हैं कि देश का किसान देश का सबसे बड़ा उत्पादन करता है, लेकिन इस उत्पादनकर्ता को अपनी फसल मनचाही कीमत पर बेचने की स्वतंत्रता नहीं थी. मनचाहे स्थान और मनचाहे व्यक्ति को भी बेचने की स्वतंत्रता नहीं थी. एक लंबे कालखंड से कृषि के क्षेत्र में विचार करने वाले चिंतक, वैज्ञानिक और हमारे तमाम सारे नेतागण लगातार इस बात की ओर संकेत करते रहे कि जो एपीएमसी है वो किसानों के साथ न्याय नहीं कर पा रही है और एपीएमसी की कार्यप्रणाली में पारदर्शिता नहीं है और किसान को एपीएमसी से कोई दूसरा विकल्प भी होना चाहिए. और मैं समझता हूँ कि यह वैकल्पिक व्यवस्था इन विधेयकों के माध्यम से हो रही है. इससे बाजार में प्रतिस्पर्धा बढ़ेगी, किसान को उसके उत्पादन का उचित मूल्य मिलेगा. ये विधेयक कृषि के क्षेत्र में जो फसल बेची जाएगी उसका 3 दिन में किसान को भुगतान हो, यह भी प्रावधान करते हैं. इन विधेयकों के मामले में अनेक प्रकार की धारणाएं बनाई जा रही हैं. मैं सभापति महोदय आपके माध्यम से सदन को भी और देश के किसानों को भी यह विश्वास दिलाना चाहता हूं, यह विधेयक एमएसपी से संबंधित नहीं है. एमएसपी सरकार का प्रशासकीय निर्णय है. मैंने भी लोकसभा में आश्वस्त किया है. माननीय प्रधानमंत्री जी ने भी एमएसपी के बारे में अपनी बात कही है. एमएसपी जारी थी, जारी है और आने वाले कल में भी जारी रहेगी. यूपीए सरकार के समय माननीय मनमोहन सिंह जी भी प्रधानमंत्री थे. अनेक अवसरों पर जब भी उनको बात रखने का मौका दिया गया तब उन्होंने इस प्रकार के रिफॉर्म्स के बारे में अपनी राय व्यक्त की है. मैं सभापति महोदय आपके माध्यम से सदन को यह आग्रह करना चाहता हूं, इन विधेयकों के माध्यम से किसानों के जीवन में एक अभूतपूर्व बदलाव आएगा. इस पर विचार किया जाए और इन विधेयकों को आप मूव करना.